ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੈ। ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ, ਸਰਬ ਕੀ ਰਖਿਆ ਕਰੇ ਆਪੇ ਹਰ ਪਤ। ਅਵਨਾਸੀ ਅਵਗਤ ਆਪੇ ਆਪ ਉਤਪਤ, ਏਕੈ ਤੂ ਹੀ ਏਕੈ ਆਨ ਨਾਹੀ ਤੁਮ ਭਤ। ਹਰ ਅੰਤ ਨਾਹੀ ਪਾਰਾਵਾਰ, ਕੌਣ ਹੈ ਕਰੈ ਵਿਚਾਰ। ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਏਕ ਜੀ ਕਿਆ ਬਖਾਨੈ, ਹਾਂ ਕੇ ਬਲ 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 ਸਾਧ ਬਲਹਾਰ। ਇਕ ਮਨ ਪੁਰਖ ਨਿਰੰਜਨ ਧਿਆਵਹੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵਹੋ। ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰ ਜਨ ਹੈ ਕੀ ਆਸਾ। ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰ ਜਨ ਹੈ ਕੀ ਆਸਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੈਤ ਸ੍ਰੀ ਮਹੱਲਾ ਪੰਜਵਾ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ। ਦੀਜਹਿ ਪ੍ਰਾਣ ਅਕੋਰ, ਕੋਈ ਜਨ ਹਰਿ ਸਿਉ ਦੇਵੈ ਜੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰਨਾ ਨਿਧਾਨ ਅੰਤਰਜਾਮੀ, ਭਗਤ ਵਛਲ ਦੀਨਾ ਬੰਧੂ। ਲੋਕ ਪਰਲੋਕ ਦੇ ਰਖਕ, ਕਿਰਪਾ ਦੇ ਖਜ਼ਾਨੇ। ਗੁਰਤਾ ਗੱਦੀ ਤੇ ਸੁਭਾਇਮਾਨ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ। ਸ਼ਬਦਾ ਅਵਤਾਰ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ। ਜਗਤ ਗੁਰੂ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਜਿੱਥੇ ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਹਰ ਰੋਜ਼ ਦੀ ਤਰ੍ਹਾਂ ਕਿਰਪਾ ਕਰਕੇ ਅੰਮ੍ਰਿਤ ਵੇਲੇ ਸੁੰਦਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਉੱਥੇ ਵੱਡੇ ਭਾਗਾਂ ਵਾਲੇ ਉਹ ਗੁਰਮੁਖ ਪਿਆਰੇ, ਜਿਨ੍ਹਾਂ ਨੇ ਆਪਣੇ ਜੀਵਨ ਦਾ ਇਹ ਨਿਯਮ ਬਣਾਇਆ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰ ਕੇ, ਜਿੱਥੇ ਗੁਰਬਾਣੀ ਸਿਮਰਨ ਕਥਾ ਕੀਰਤਨ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚਣਾ। ਉਸ ਤੋਂ ਉਪਰੰਤ ਹੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ, ਜਾ ਕੋ ਭਏ ਕਿਰਪਾਲ ਪ੍ਰਭ, ਹਰ ਹਰ ਸਈ ਜਪਾਤ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ,
ਭੇਟਤ ਸਾਧ ਸੰਗਾਤ। ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਉਦਮ ਉਪਰਾਲਾ ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਜੀਵ ਨੂੰ ਆਪੇ ਹੀ ਬਖਸ਼ਦੇ ਹਨ, ਕਿਉਂਕਿ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ। ਜਗ ਮਹਿ ਉਤਮ ਕਾਢੀਐ ਹੈ ਵਿਰਲੇ ਕੇਈ ਕੇ। ਦਾਤੈ ਦਾਤ ਰੱਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪਾਂ ਸਾਰੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚ ਕਰਕੇ ਨਿੱਘੀ ਗੋਦ ਦੇ ਵਿੱਚ ਬੈਠ ਕਰਕੇ ਜਿੱਥੇ ਸਤਿਗੁਰਾਂ ਦੇ ਪ੍ਰਤੱਖ ਦਰਸ਼ਨ ਦਿਦਾਰੇ, ਜਿਨ੍ਹਾਂ ਦੇ ਦਰਸ਼ਨਾਂ ਦੇ ਪ੍ਰਤੀ ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫੇਰ ਗਰਵਾਸ ਨਾ ਭਰਿਆ ਰੇ। ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸਹੇਲੇ ਕਰ ਕਿਰਪਾ ਪ੍ਰਭ ਮੇਲੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਕੀਤੀ, ਸ੍ਰੀ ਮੁਖਵਾਕ ਰਾਗ ਜੈਤਸਰੀ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਬਰ ਸੰਤੋਖ ਦੇ ਸਾਗਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਰਬ ਲਕਾਈ ਤੇ ਤਰਸ ਕਰਕੇ ਇਹ ਨਾਮ ਬਾਣੀ ਦਾ ਜਹਾਜ਼ ਤਿਆਰ ਕੀਤਾ। ਹਰ ਇੱਕ ਜੀਵ ਨੂੰ ਇਹ ਆਖਿਆ ਕਿ ਗੁਰਬਾਣੀ ਨੂੰ ਸੁਣ ਕੇ ਪੜ੍ਹ ਕੇ ਮੰਨ ਕੇ ਇਹ ਜੀਵ ਸਹਿਜੇ ਹੀ ਨਾ ਤਰਿਆ ਜਾਣ ਵਾਲਾ ਜਿਹੜਾ ਸੰਸਾਰ ਸਮੁੰਦਰ ਹੈ, ਇਹ ਬੜੇ ਆਰਾਮ ਦੇ ਨਾਲ ਤਰ ਸਕਦਾ, ਕਿਉਂਕਿ ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਪ੍ਰਮਾਣ ਦੇ ਕੇ ਆਧਾਰਨਾ ਦੇ ਕੇ ਇਸ ਜੀਵ ਦੇ ਪਿਛਲੇ ਜਨਮਾਂ ਦਾ ਹਵਾਲਾ ਦੇ ਕੇ ਤੇ ਇਹਨਾਂ ਸਵਾਸਾਂ ਦੀ ਤੇ ਜੀਵਨ ਦਾ ਜੋ ਪ੍ਰਯੋਜਨ ਜਿਸ ਵਾਸਤੇ ਇਹ ਸੰਸਾਰ ਤੇ ਆਇਆ ਤੇ ਇਸ ਨੂੰ ਐਸਾ ਸੱਚਾ ਤੇ ਸੁੱਚਾ ਉਪਦੇਸ਼ ਦੇ ਕਰਕੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤੀ ਕਰਨ ਦੀ ਹਦਾਇਤ ਦਿੱਤੀ। ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਪਿਆਰ ਭਰੇ ਲਹਿਜੇ ਦੇ ਨਾਲ ਗਰੀਬ ਨਿਵਾਸ ਜੀ ਕਿਰਪਾ ਕਰਦੇ ਕਿ ਆਵੋ ਸੰਤ ਮਿਲਹੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਸੰਤ ਹੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧ ਹੋ। ਫਿਰ ਸੁਣ ਮਨ ਮਿੱਤਰ ਪਿਆਰਿਆ, ਮਿਲ ਬੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨਹਿ ਉਵਾਰਿਆ। ਤਜ ਹੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰਖੋ, ਨਾਨਕ ਦੂਖ ਭਰਮ ਭਉ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਕਿਉਂਕਿ ਬਾਣੀ ਤਾਂ ਬੋਲਣ ਨੂੰ ਕਹਿੰਦੇ ਹਨ। ਸੰਸਾਰ ਦੇ ਵਿੱਚ ਸੰਸਾਰ ਨੂੰ ਚਲਾਉਣ ਵਾਸਤੇ ਹਰ ਜੀਵ ਸ਼ਬਦ ਦੀ ਵਰਤੋਂ ਕਰਦਾ ਹੈ, ਪਰ ਜੋ ਧੁਰ ਕੀ ਬਾਣੀ ਹੈ ਤੇ ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਸਿਫਤ ਸਲਾਹ ਉਸਤਤੀ ਤੇ ਵਡਿਆਈਆਂ ਦੇ ਪ੍ਰਤੀ
ਅਕਾਲ ਪੁਰਖ ਪਰਮਾਤਮਾ ਦੇ ਸਰਗੁਣ ਸਰੂਪ ਸਤਿਗੁਰਾਂ ਦੀ ਰਸਨਾ ਤੋਂ, ਭਗਤਾਂ ਬ੍ਰਹਮ ਗਿਆਨੀਆਂ ਭੱਟ ਜਨਾਂ ਤੇ ਗੁਰਸਿੱਖਾਂ ਦੀ ਰਸਨਾ ਤੋਂ, ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਕਰਕੇ ਬੋਲੇ, ਉਹ ਉਹਨਾਂ ਦੀ ਰਸਨਾ ਤੋਂ ਖੁਦ ਖੁਦਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੀ ਬੋਲਿਆ। ਇਸ ਕਰਕੇ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਵਡਿਆਈ ਅਕਾਲ ਪੁਰਖ ਪਰਮਾਤਮਾ ਦੀ ਤੇ ਜਗਿਆਸੂ ਨੂੰ ਢੰਗ ਤਰੀਕਾ ਦੱਸਿਆ ਵੀ ਕਿਸ ਤਰ੍ਹਾਂ ਨਿਮਰਤਾ ਦੇ ਸਹਿਤ ਅਰਦਾਸ ਬੇਨਤੀ ਕਰਨੀ। ਲਖ ਉਪਮਾ ਉਪਮਾ ਕਰੈ, ਉਪਮਾ ਹੈਰਾਨੈ, ਲਖ ਮਹਿਮਾ ਮਹਿਮਾ ਕਰੈ, ਮਹਿਮਾ ਹੈਰਾਨੈ, ਲਖ ਮਹਾਤਮ ਮਹਾਤਮਾ, ਨਾ ਮਹਾਤਮ ਜਾਣੈ, ਲਖ ਉਸਤਤ ਉਸਤਤ ਕਰੇ, ਉਸਤਤ ਨਾ ਸਿਜਾਣੈ, ਆਦਿ ਪੁਰਖ ਆਦੇਸ਼ ਹੈ, ਮੈਂ ਮਾਣ ਨਿਮਾਣੇ। ਜਦੋਂ ਐਨੀ ਨਿਮਰਤਾ ਭਰੇ ਲਹਿਜੇ ਦੇ ਨਾਲ ਜੀਵ ਅਰਦਾਸ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਾ, ਫਿਰ ਗਰੀਬ ਨਵਾਜ਼ ਸ਼ੀਘਰ ਹੀ ਅਰਦਾਸ ਪ੍ਰਵਾਨ ਕਰ ਲੈਂਦੇ। ਸਿਮਰਨ ਸਤਸੰਗਤ ਪਰ ਉਪਕਾਰ, ਸਤ ਸੰਤੋਖ ਦਇਆ ਧਰਮ ਰੂਪੀ ਦੈਵੀ ਗੁਣਾਂ ਦੇ ਨਾਲ ਗੁਰਸਿੱਖ ਪ੍ਰੇਮੀ ਦੀ ਝੋਲੀ ਭਰ ਦਿੰਦੇ। ਲਖ ਮਹਿਮਾ ਮਹਿਮਾ ਕਰੇ, ਮਹਿਮਾ ਹੈਰਾਨੈ, ਲਖ ਉਪਮਾ ਉਪਮਾ ਕਰੈ, ਉਪਮਾ ਨਾ ਬਖਾਨੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਹੇ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਵਡਿਆਈ ਉਸਤਤੀ ਮਹਿਮਾ ਇਹ ਜੀਵ ਕਰ ਨਹੀਂ ਸਕਦਾ, ਕਿਉਂਕਿ ਪਰਮਾਤਮਾ ਇਸ ਜੀਵ ਦੀ ਬੁੱਧੀ ਦੀ ਪਹੁੰਚ ਤੋਂ ਪਰੇ ਹੈ। ਉਹ ਅਗਮ ਤੇ ਅਗੋਚਰ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 701 ਤੇ 2 ਤੇ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਮਹਾਵਾਕ ਸੁਭਾਏਮਾਨ ਹੋ ਰਿਹਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵੀ ਜੋ ਸੇਵਕ ਸਿੱਖ ਜਗਿਆਸੂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਮਿਲਣ ਦੇ ਵਾਸਤੇ, ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਨ ਤੇ ਸੁਣਨ ਦੇ ਵਾਸਤੇ, ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਦੇ ਵਾਸਤੇ, ਆਪਣੀ 84 ਤੇ ਵਿਛੋੜੇ ਦੇ ਦੁੱਖ ਨੂੰ ਖਤਮ ਕਰਨ ਵਾਸਤੇ ਫਿਰ ਅਰਦਾਸ ਬੇਨਤੀ ਕਰਦਾ ਕਿ ਹੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ, ਜੈਤਸਰੀ ਮਹੱਲਾ ਪੰਜਵਾ, ਜੈਸਰੀ ਨਾਮ ਰਾਗਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਮੁਬਾਰਕ ਰਸਨਾ ਤੋਂ ਬਖਸ਼ਿਸ਼ ਕਰਦੇ ਹਨ। ਕੋਈ ਜਨ ਹਰਸ਼ੋਂ ਦੇਵੈ ਜੋਰ, ਮਨੁੱਖ ਪੂਰੇ ਵਰਲਡ 'ਚ ਪੂਰੇ ਸੰਸਾਰ ਭਰ ਦੇ ਵਿੱਚ ਨਾ ਲੱਭ ਰਿਹਾ ਕਿਸੇ ਨਾ ਕਿਸੇ ਨੂੰ, ਕਿਸੇ ਦਾ ਆਸਰਾ ਲੈ ਰਿਹਾ, ਕਿਸੇ ਦੀ ਸਲਾਹ ਲੈ ਰਿਹਾ, ਤੇ ਕਿਸੇ ਨੂੰ ਕੁਛ ਪੁੱਛ ਰਿਹਾ ਤੇ ਕਿਸੇ ਨੂੰ ਕੁਛ ਦੱਸ ਰਿਹਾ। ਇਹ ਫਿਤਰਤ ਹੈ, ਇਹ ਜੀਵ ਦਾ ਸੁਭਾਅ ਹੈ। ਪਰ ਵੱਡੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕੋਈ ਐਸੇ ਪਿਆਰੇ ਦੀ ਟੋਲ ਕਰ, ਕੋਈ ਐਸਾ ਪਿਆਰਾ ਮਿਲੇ, ਕੋਈ ਐਸਾ ਸੰਤ, ਕੋਈ ਐਸਾ ਗੁਰਮੁਖ, ਕੋਈ ਐਸਾ ਗੁਰਸਿੱਖ, ਕੋਈ ਐਸਾ ਅਭਿਆਸੀ, ਕੋਈ ਐਸਾ ਜਿਹੜਾ ਆਤਮਿਕ ਅਡੋਲ ਅਵਸਥਾ ਨੂੰ ਪ੍ਰਾਪਤ ਹੋਵੇ, ਜਿਸ ਨੇ ਨਾਮ ਦਾ, ਸਤਸੰਗਤ ਦਾ, ਕਥਾ ਕੀਰਤਨ ਦਾ, ਗੁਰਬਾਣੀ ਦਾ, ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦਾ ਰਸ ਪ੍ਰਾਪਤ ਕੀਤਾ ਹੋਵੇ। ਹੁਣ ਮਨੁੱਖ ਲੱਭ ਰਿਹਾ ਵੀ ਸੰਸਾਰ ਤਲ 'ਤੇ ਕੋਈ ਸਲਾਹ ਦੇਣ ਵਾਲਾ ਹੋਵੇ,
ਕੋਈ ਮੇਰੇ ਕਾਰੋਬਾਰ ਨੂੰ ਵਧਾਉਣ ਵਾਲਾ ਮਿਲ ਜਾਏ, ਕੋਈ ਚੰਗੀ ਸਰਵਿਸ ਮੈਨੂੰ ਦੇਣ ਵਾਲਾ ਮਿਲ ਜਾਏ, ਕੋਈ ਐਸਾ ਢੰਗ ਤਰੀਕਾ ਮੈਨੂੰ ਦੱਸਣ ਵਾਲਾ ਮਿਲ ਜਾਏ ਵੀ ਮੈਂ ਥੋੜ੍ਹੀ ਮਿਹਨਤ ਦੇ ਨਾਲ ਵੱਧ ਪੈਸਾ ਕਮਾ ਲਵਾਂ। ਮੈਨੂੰ ਕੋਈ ਐਸਾ ਮਿਲ ਜੇ, ਕੋਈ ਵੱਡੀ ਪਦਵੀ ਦਵਾ ਦੇਵੇ, ਵੱਡਾ ਅਹੁਦਾ ਮੈਨੂੰ ਮਿਲ ਜਾਏ, ਮੇਰੀ ਸੰਸਾਰ ਦੇ ਵਿੱਚ ਪਹਿਚਾਨ ਹੋ ਜਾਏ, ਪ੍ਰਸਿੱਧੀ ਹੋ ਜਾਏ ਅਤੇ ਮੈਨੂੰ ਮਾਨ ਸਨਮਾਨ ਮਿਲ ਜਾਏ, ਸੰਸਾਰ ਤੋਂ ਵੱਡਾ ਰੁਤਬਾ ਮਿਲ ਜਾਏ। ਇਹ ਕਰੀਬ ਹਰ ਮਨੁੱਖ ਦੇ ਅੰਦਰ ਤੜਫ ਹੈ। ਇਹ ਟੋਲ ਬਣੀ ਹੀ ਰਹਿੰਦੀ ਹੈ ਅਤੇ ਖੁਸ਼ ਵੀ ਬਹੁਤ ਹੁੰਦੇ ਆ ਵੀ ਸਾਨੂੰ ਐਸਾ ਸੱਜਣ ਮਿਲ ਗਿਆ, ਐਸਾ ਮਿੱਤਰ ਮਿਲ ਗਿਆ, ਉਹਨੇ ਇਹੋ ਜਿਹਾ ਰਸਤਾ ਢੰਗ ਤਰੀਕਾ ਬਿਜ਼ਨਸ ਕਰਨ ਦਾ, ਵਪਾਰ ਕਰਨ ਦਾ ਮੈਨੂੰ ਦੱਸਿਆ। ਮੈਂ ਦਿਨਾਂ ਦੇ ਵਿੱਚ, ਮਹੀਨਿਆਂ ਦੇ ਵਿੱਚ ਹੀ ਕਰੋੜਾਪਤੀ ਬਣ ਗਿਆ, ਅਰਬਾਪਤੀ ਬਣ ਗਿਆ। ਮੈਨੂੰ ਕੋਈ ਨਹੀਂ ਸੀ ਜਾਣਦਾ ਅਤੇ ਪੂਰੇ ਸੰਸਾਰ ਦੇ ਵਿੱਚ ਮੇਰਾ ਨਾਮ ਪ੍ਰਸਿੱਧ ਹੋ ਗਿਆ। ਇਹ ਹਰ ਇੱਕ ਮਨੁੱਖ ਦੇ ਅੰਦਰ ਭੁੱਖ ਅਤੇ ਪਿਆਸ ਹੈ। ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨਾ ਸੰਸਾਰ ਨਾਲੋਂ ਉਲਟਾ ਰਸਤਾ ਦੱਸਦੇ ਆ। ਜੋ ਸੰਸਾਰ ਦੇ ਦੋਸਤ ਆ, ਸੰਸਾਰ ਦੇ ਰਿਸ਼ਤੇਦਾਰ ਹੈ, ਸੰਸਾਰੀ ਜੋ ਮਿੱਤਰ ਹੈ, ਜੋ ਸੰਸਾਰੀ ਸਲਾਹਾਂ ਦੇਣ ਵਾਲੇ ਹੈ, ਇਹਨਾਂ ਤੋਂ ਉਲਟ ਦੱਸ ਰਹੇ ਗੁਰੂ ਅਰਜਨ ਦੇਵ ਮਹਾਰਾਜ ਜੀ। ਕਿਉਂਕਿ ਹੇ ਜੀਵ, ਤੇਰੇ ਮਨੁੱਖ ਜਾਮੇ ਦਾ ਜਿਹੜਾ ਪ੍ਰਯੋਜਨ ਹੈ ਉਹ ਸੰਸਾਰ 'ਤੇ ਕਾਮਯਾਬੀ ਨਹੀਂ, ਤੇਰੇ ਮਨੁੱਖ ਜਾਮੇ ਦਾ ਜੋ ਪ੍ਰਯੋਜਨ ਹੈ ਉਹ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਹੈ। ਤੂੰ ਬਹੁਤ ਜਨਮਾਂ ਤੋਂ ਭਟਕ ਰਿਹਾ, ਆਪਣੇ ਮੂਲ ਤੋਂ ਤੂੰ ਟੁੱਟਾ ਹੋਇਆ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ। ਜਨਮਾਂ ਜਨਮਾਂਤਰਾਂ ਦੀ ਤੰਦ ਮੈਲ ਕਰਕੇ ਤੂੰ ਆਪਣੇ ਮੂਲ ਤੋਂ ਟੁੱਟਿਆ ਹੋਇਆ, ਤੈਨੂੰ ਆਪਣੇ ਘਰ ਦਾ ਥਹੁ ਪਤਾ ਨਹੀਂ ਰਿਹਾ, ਤੈਨੂੰ ਆਪਣੇ ਟਿਕਾਣੇ ਦਾ ਪਤਾ ਹੀ ਨਹੀਂ ਰਿਹਾ ਵੀ ਮੈਂ ਕਿਸ ਦੇਸ਼ ਦਾ ਵਾਸੀ ਹਾਂ, ਮੈਂ ਕਿਸ ਦੀ ਅੰਸ਼ ਹਾਂ, ਮੇਰੇ ਸਰੀਰ ਦੇ ਵਿੱਚ ਕਿਸ ਦੀ ਜੋਤ ਅਤੇ ਕਿਸ ਦੀ ਊਰਜਾ, ਕਿਸ ਦੀ ਸ਼ਕਤੀ ਕੰਮ ਕਰ ਰਹੀ ਹੈ। ਉੱਧਰ ਤੇਰਾ ਧਿਆਨ ਹੀ ਨਹੀਂ ਗਿਆ। ਪਰ ਮਨੁੱਖ ਜਾਮਾ ਤੈਨੂੰ ਇਸ ਕਰਕੇ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਨੇ ਦਿੱਤਾ ਸੀ ਵੀ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਬਿਲਕੁਲ ਸਪਸ਼ਟ ਕਿਹਾ ਸੁਖਮਨੀ ਸਾਹਿਬ ਜੀ ਦੇ ਅੰਦਰ ਕਿ ਬਗੈਰ ਭਜਨ ਬੰਦਗੀ, ਨਾਮ ਸਿਮਰਨ ਸੇਵਾ ਤੋਂ ਬਗੈਰ ਤੇਰੇ ਨਾਲ ਕੁਛ ਨਹੀਂ ਜਾਣਾ। ਨਾ ਕੋ ਲੈ ਆਇਓ ਇਹੋ ਧਨ, ਨਾ ਕੋ ਲੈ ਜਾਤ, ਰਾਵਣ ਹੂੰ ਤੇ ਅਦਕ ਛਤਰ ਪਤ, ਖਿਨਮੈ ਗਏ ਬਿਲਾਤ। ਵੱਡੇ ਵੱਡੇ ਰਾਜਨ ਅਰ ਭੂਮਣ, ਤਾਕੀ ਤ੍ਰਿਸ਼ਨ ਨਾ ਬੁੱਝੀ। ਕਹਿੰਦੇ ਕਿਸੇ ਦੀ ਵੀ ਤ੍ਰਿਸ਼ਨਾ ਭੁੱਖ ਖਤਮ ਨਹੀਂ ਹੋਈ। ਕੇਵਲ ਤੇ ਕੇਵਲ ਸੰਸਾਰ ਦੇ ਵਿੱਚ ਉਹ ਰੱਜੇ ਪੁੱਜੇ ਤੇ ਸੰਤੋਖੀ, ਆਨੰਦ ਤੇ ਸੁਖੀ ਦਿਖੇ ਜਿਹੜੇ ਪਰਮਾਤਮਾ ਨਾਲ ਜੁੜ ਗਏ, ਜਿਹੜੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਤੇ ਭਗਤੀ ਦੇ ਵਿੱਚ ਨਿਪੁੰਨ ਹੋ ਗਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਜੀਵ, ਜੋ ਸੰਸਾਰ ਦੇ ਵਿੱਚ ਹਰ ਜੀਵ ਦੀ ਦੌੜ ਲੱਗੀ ਹੈ, ਇਹ ਰਸਤਾ ਕੇਵਲ ਤੇ ਕੇਵਲ ਸੱਚਾ ਗੁਰੂ ਹੀ ਤੈਨੂੰ ਦੱਸ ਸਕਦਾ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਪੂਰੇ ਗੁਰੂ ਦੀ ਜਿਨ੍ਹਾਂ 'ਤੇ ਕਿਰਪਾ ਹੈ, ਉਹਨਾਂ ਦੀ ਸੰਗਤ ਤੋਂ ਪਤਾ ਲੱਗੇਗਾ ਵੀ ਗੁਰੂ ਨੇ ਉਹਨਾਂ 'ਤੇ ਕਿਵੇਂ ਬਖਸ਼ਿਸ਼ ਕੀਤੀ, ਕਿਸ ਤਰ੍ਹਾਂ ਉਹ ਸਿੱਖੀ ਸਰੂਪ 'ਚ ਆਏ, ਕਿਸ ਤਰ੍ਹਾਂ ਖੰਡੇ ਬਾਟੇ ਦੀ ਪੌਲ ਉਹਨਾਂ ਨੇ ਪ੍ਰਾਪਤ ਕੀਤੀ, ਕਿਸ ਤਰ੍ਹਾਂ ਨਿਤਨੇਮ ਸਿਮਰਨ ਦੇ ਵਿੱਚ ਜੁੜੇ, ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਢਾਲਿਆ ਵੀ ਸਮਾਂ ਉਹੀ ਹੈ
ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਯਾਦ ਦੇ ਵਿੱਚ ਸਫਲ ਹੋ ਜਾਏ। ਕਿਉਂਕਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ, ਇਹ ਵੱਡੀ ਸ਼ਰਤ ਲਾਈ ਗਰੀਬ ਨਵਾਜ਼ ਜੀ ਨੇ ਵੀ ਉਹ ਘੜੀ, ਉਹ ਪਲ, ਉਹ ਸਵਾਸ, ਉਹ ਸਰੀਰ, ਉਹ ਸਤਸੰਗਤ, ਉਹ ਸਿਮਰਨ, ਉਹ ਸੇਵਾ ਜਿਹੜੀ ਪਰਮਾਤਮਾ ਦੇ ਨਾਲ ਜੋੜ ਦੇ, ਪਰਮਾਤਮਾ ਦੇ ਨਾਲ ਪਿਆਰ ਬਣ ਜਾਏ, ਪਰਮਾਤਮਾ ਦਾ ਡਰ ਅਤੇ ਭੈ ਮਨ 'ਚ ਪੈਦਾ ਹੋ ਜਾਏ। ਵਿਸ਼ੇ ਵਿਕਾਰ, ਨਿੰਦਾ, ਚੁਗਲੀ ਤੇ ਬੁਰਿਆਈ, ਬੁਰਾ ਕੰਮ ਕਰਨਾ ਕੀ ਹੈ, ਬੁਰੇ ਦਾ ਮਨ ਦੇ ਵਿੱਚ ਵਿਚਾਰ ਵੀ ਨਾ ਆਵੇ, ਖਿਆਲ ਵੀ ਨਾ ਆਵੇ। ਕਿਉਂਕਿ ਬੁਰੇ ਕੰਮ ਦਾ ਜਿਹੜਾ ਵਿਚਾਰ ਹੈ ਉਹ ਵੀ ਹਿਰਦੇ ਨੂੰ ਮੈਲਾ ਕਰ ਦਿੰਦਾ। ਜਿਸ ਤਰ੍ਹਾਂ ਗੰਦੀ ਚੀਜ਼ ਕੋ ਲਿਬੜਿਆ ਹੋਇਆ ਜਾਨਵਰ ਜਾਂ ਮਨੁੱਖ ਜਿੱਥੇ ਬੈਠਦਾ ਉਸ ਜਗ੍ਹਾ 'ਤੇ ਵੀ ਬਦਬੂ ਆਉਣ ਲੱਗ ਪੈਂਦੀ ਹੈ, ਕਿਉਂਕਿ ਉੱਥੇ ਵੀ ਗੰਦਗੀ ਧਰਤੀ 'ਤੇ ਕੱਪੜੇ 'ਤੇ ਲੱਗ ਜਾਂਦੀ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਜਿਹੜੀ ਬੁਰੀ ਵਿਚਾਰ ਹੈ, ਬੁਰਾ ਖਿਆਲ ਹੈ, ਜਦੋਂ ਸਾਡੇ ਮਨ ਦੇ ਵਿੱਚ ਆਉਂਦਾ ਤੇ ਉਹ ਸਾਡੇ ਹਿਰਦੇ ਰੂਪੀ ਜਗ੍ਹਾ ਨੂੰ ਤੇ ਉਹ ਦੁਰਗੰਧੀ ਨਾਲ ਭਰ ਦਿੰਦਾ। ਅਜੇ ਕਰਨਾ ਤਾਂ ਵੱਖਰੀ ਗੱਲ ਹੈ, ਉਸ ਦੀ ਵਿਚਾਰ ਹੀ ਇਸ ਦੇ ਅੰਦਰ ਨੂੰ ਮੈਲਾ ਕਰਕੇ ਰੱਖ ਦਿੰਦੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਮੁਖੋ ਕਿਰਪਾ ਕੀਤੀ। ਮੈਂ ਇਸ ਕਰਕੇ ਇਹ ਆਪ ਜੀਆਂ ਨੂੰ ਪ੍ਰਮਾਣ ਦੇਣਾ ਕੀਤਾ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਵੀ ਕੋਈ ਐਸੇ ਜਨ ਦੀ ਭਾਲ, ਕੋਈ ਐਸੇ ਗੁਰਮੁਖ ਭਗਤ ਜਨ ਬ੍ਰਹਮ ਗਿਆਨੀ ਤਤ ਵੇਤੇ ਦੀ ਸੰਗਤ ਤੇ ਅਰਦਾਸ ਬੇਨਤੀ ਕਰ ਕੇ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੇ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਕਿਉਂਕਿ ਕੋਈ ਜਾਣੈ ਕਵਨ ਇਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਕੀ ਨਿਰਮਲ ਰੀਤ। ਜਿਹਦੇ ਤੇ ਕਿਰਪਾ ਹੋਵੇ ਉਹ ਇਸ ਚੀਜ਼ ਨੂੰ ਗੁਰਮੁਖ ਪਿਆਰਿਓ ਬੁੱਝਦਾ। ਤੇ ਕਿਨਾਂ ਦੇ ਪ੍ਰਤੀ ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਹਰੀ ਪਰਮਾਤਮਾ ਦਾ ਨਾਮ ਲਿਆ ਗਰੀਬ ਨਵਾਜ਼ ਜੀ ਨੇ, ਤੇ ਪਰਮਾਤਮਾ ਦੇ ਜਿਹੜੇ ਸੰਤ ਹੈ, ਭਗਤ ਹੈ, ਗੁਰਸਿੱਖ ਹੈ, ਗੁਰਮੁਖ ਹੈ, ਭਜਨ ਬੰਦਗੀ ਕਰਨ ਵਾਲੇ, ਫਿਰ ਸਵਾਲ ਉੱਠੇਗਾ ਵੀ ਉਹ ਕਿਹੜੇ? ਫਰੀਦ ਜੀ ਵਰਗੇ, ਕਬੀਰ ਜੀ ਵਰਗੇ, ਧਰੂ ਪ੍ਰਹਿਲਾਦ ਜੀ ਦੇ ਵਰਗੇ, ਧੰਨਾ ਜੀ ਤੇ ਤਰਲੋਚਨ ਜੀ ਦੇ ਵਰਗੇ, ਪਰਮਾਨੰਦ ਤੇ ਰਾਮਾਨੰਦ ਜੀ ਵਰਗੇ, ਪੀਪਾ ਜੀ ਵਰਗੇ, ਸੈਨ ਵਰਗੇ। ਹੁਣ ਸਾਡੇ ਵਰਗੇ ਸਰੀਰ ਉਹਨਾਂ ਨੂੰ ਵੀ ਮਿਲੇ, ਪਰ ਉਹਨਾਂ ਨੇ ਐਸੇ ਸਰੀਰ ਨੂੰ ਪ੍ਰਾਪਤ ਕਰਕੇ ਹਰੀ ਦੇ ਜਨਾਂ ਦੀ, ਸੰਤਾਂ ਭਗਤਾਂ ਦੀ ਸੰਗਤ ਕੀਤੀ, ਗੁਰ ਦੀਖਿਆ ਲੈ ਕੇ ਗੁਰੂ ਦੇ ਬਚਨ ਨੂੰ ਕਮਾਇਆ ਤੇ ਪਰਮਾਤਮਾ ਨਾਲ ਇਕਮਿਕ ਹੋ ਗਏ। ਹੁਣ ਉਸੇ ਤਰ੍ਹਾਂ ਦੇ ਸਰੀਰ ਹਰ ਇੱਕ ਜੀਵ ਨੂੰ ਪਰਮਾਤਮਾ ਨੇ ਦਿੱਤਾ। ਹੁਣ ਹਰ ਇੱਕ ਨੂੰ ਇਹ ਗੱਲ ਆਖਿਆ ਵੀ ਤੂੰ ਵੀ ਐਸੀ ਅਵਸਥਾ ਨੂੰ ਪ੍ਰਾਪਤ ਹੋ ਸਕਦਾ। ਤੇਰੇ ਵਾਸਤੇ ਪਰਮਾਤਮਾ ਨੇ ਦਰਵਾਜ਼ੇ ਬੰਦ ਨਹੀਂ ਕੀਤੇ ਵੀ ਜਿਹੜਾ ਮਿਲ ਗਿਆ ਹੁਣ ਮੁੜ ਕੇ ਮੇਰੇ ਤੱਕ ਨਹੀਂ ਆ ਸਕਦਾ। ਪਰਮਾਤਮਾ ਦੇ ਤਾਂ 24 ਘੰਟੇ ਦਰਵਾਜ਼ੇ ਖੁੱਲ੍ਹੇ, ਉਹ ਤਾਂ ਜਰਰੇ ਜਰਰੇ ਦੇ ਵਿੱਚ ਮੌਜੂਦ ਹੈ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਕਣ ਕਣ ਦੇ ਵਿੱਚ, ਘਟ ਘਟ ਦੇ ਵਿੱਚ ਹੈ ਹੀ ਹਰੀ ਦਾ ਵਾਸਾ। ਪਰ ਐਸਾ ਅਹਿਸਾਸ ਹੋਣ ਵਾਸਤੇ ਐਸੇ ਗੁਰਮੁਖਾਂ ਦੀ ਸੰਗਤ ਦੀ ਜ਼ਰੂਰਤ ਹੈ, ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਕਮਾਇਆ, ਸਤਿਗੁਰਾਂ ਦੇ ਚਰਨਾਂ 'ਚੋਂ ਕਿਰਪਾ ਦੇ ਪਾਤਰ ਉਹ ਗੁਰਮੁਖ ਪਿਆਰੇ ਬਣੇ ਤੇ ਉਸ ਰਸਤੇ ਦੇ ਪਾਂਧੀ ਬਣ ਕੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਲ ਇਕਮਿਕ ਹੋ ਗਏ। ਇੱਥੇ ਤੱਕ ਕਿ ਸੰਸਾਰੀ ਜੀਵ ਇਹ ਸਮਝਦਾ ਕਿ ਮੇਰੇ ਜੀਵਨ ਦਾ ਆਸਰਾ ਕੇਵਲ ਧਨ ਹੈ, ਕੇਵਲ ਸਵਾਸ ਹਨ,
ਕੇਵਲ ਪਰਿਵਾਰ ਹੈ, ਕੇਵਲ ਇਹ ਘਰ-ਵਾਰ ਹੈ। ਪਰ ਜੋ ਪਰਮਾਤਮਾ ਦਾ ਪਿਆਰਾ, ਉਹ ਕਹਿੰਦਾ ਵੀ ਮੇਰੇ ਜੀਵਨ ਦਾ ਆਸਰਾ ਕੇਵਲ ਤੇ ਕੇਵਲ ਪਰਮਾਤਮਾ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਕਿ ਮੇਰੇ ਪ੍ਰਾਣਾਂ ਦਾ ਵੀ, ਸਰੀਰ ਦਾ ਵੀ, ਸਭ ਕੁਝ ਜੋ ਆਸਰਾ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੀ ਹੈ। ਹੁਣ ਸੋਚ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਇਕਨਾਂ ਦੀ ਸੋਚ ਹੈ ਵੀ ਜੀਵਨ ਦੇ ਵਾਸਤੇ ਇਹ ਸੰਸਾਰ ਦੇ ਪਦਾਰਥ, ਧਨ ਦੌਲਤ, ਘਰ-ਬਾਰ, ਪੁੱਤਰ ਧੀਆਂ, ਪਰਿਵਾਰ, ਇਹ ਖਾਣਾ ਪੀਣਾ ਇਹ ਅਤੀ ਜ਼ਰੂਰੀ ਹੈ। ਤੇ ਇਕਨਾਂ ਦੀ ਸੋਚ ਹੈ, ਕਹਿੰਦੇ ਬਸ ਪਰਮਾਤਮਾ ਤੂੰ ਚਾਹੀਦਾ, ਬਾਕੀ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਇੱਕੋ ਹੀ ਉਹਨਾਂ ਨੇ ਆਸਰਾ ਓਟ ਤੱਕੀ ਅਕਾਲ ਪੁਰਖ ਪਰਮਾਤਮਾ ਦੀ। ਉਹਨਾਂ ਨੂੰ ਕਿਹਾ ਗੁਰਬਾਣੀ ਨੇ ਹਰੀ ਦੇ ਜਨ, ਹਰੀ ਦੇ ਸੰਤ, ਹਰੀ ਦੇ ਭਗਤ, ਹਰੀ ਦੇ ਪਿਆਰੇ। ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਨਾਨਕ ਈਹਾ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹੈ। ਪਰਮਾਤਮਾ ਦੀ ਵੀ ਗੱਲ ਕੀਤੀ, ਪਰਮਾਤਮਾ ਦੇ ਪਿਆਰੇ ਸੰਤਾਂ ਦੀ ਵੀ ਗੱਲ ਕੀਤੀ, ਤੇ ਉਹਨਾਂ ਦੇ ਲੋਕ ਪਰਲੋਕ ਦੇ ਵਿੱਚ ਮੁਖ ਉਜਲੇ ਕਿਵੇਂ ਹੁੰਦੇ ਆ, ਤੇ ਉਹ ਵੀ ਦੱਸਿਆ ਵੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰਨ ਦੇ ਨਾਲ। ਸੱਚੇ ਮਾਰਗ ਚੱਲਦਿਆ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਹੁਣ ਕਿੰਨੀ ਮਹਿਮਾ ਹੈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ। ਕੋਈ ਜਨ ਹਰਸਿਉ ਦੇਵੈ ਜੋਰ, ਕਹਿੰਦੇ ਪ੍ਰਭੂ ਦਾ ਪਿਆਰਾ ਦਿਨ ਰਾਤ ਕੂਕ ਰਿਹਾ। ਗੁਰਦੇਵ ਦੇ ਚਰਨਾਂ 'ਚ ਬੇਨਤੀ ਕਰ ਰਿਹਾ, ਮਹਾਰਾਜ ਜੀ ਕਿਰਪਾ ਕਰੋ, ਕੋਈ ਮਿਲੇ ਹੋਏ ਦੀ ਸੰਗਤ ਕਰਾ ਦਿਓ। ਚਾਰ ਚਫੇਰੇ ਜਿੱਧਰ ਮੈਂ ਦੇਖਦਾ, ਇਹ ਤਾਂ ਸਭ ਮਾਇਆ ਦਾ ਹੀ ਬੋਲ ਬਾਲਾ ਹੈ। ਇਹ ਬਿਨ ਨਾਵੈ ਜਗ ਕਮਲਾ ਫਿਰੈ, ਇਹ ਗੁਰਮੁਖ ਨਦਰੀ ਆਇਆ। ਮਹਾਰਾਜ ਜੀ ਮੈਂ ਜੋ ਦੇਖਿਆ, ਅੰਧਾ ਜਗਤ ਅੰਧ ਵਰਤਾਰਾ, ਬਾਝ ਗੁਰੂ ਡੂਬਾ ਸੰਸਾਰਾ। ਇੱਕ ਤਾਂ ਜਿਨ੍ਹਾਂ ਦੇ ਅੱਖਾਂ 'ਚੋਂ ਰੋਸ਼ਨੀ ਖਤਮ ਹੋਵੇ, ਉਹਨਾਂ ਨੂੰ ਕੁਝ ਨਹੀਂ ਦਿਸਦਾ। ਇੱਕ ਜਿਨ੍ਹਾਂ ਦੀਆਂ ਅੱਖਾਂ ਦੇਖ ਰਹੀਆਂ ਹੋਣ, ਫਿਰ ਵੀ ਦਿਖਣ ਵਾਲੀ ਚੀਜ਼ ਉਹਨਾਂ ਅੱਖਾਂ ਦੇ ਰਾਹੀਂ ਜੀਵ ਨੂੰ ਨਾ ਦਿਖੇ। ਤੇ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ। ਅਸੀਂ ਕਹੀਏ ਵੀ ਮਹਾਰਾਜ ਸਾਨੂੰ ਤਾਂ ਸਭ ਕੁਝ ਦਿਸ ਰਿਹਾ, ਸਾਨੂੰ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਦਿਸਦਾ ਨਹੀਂ? ਫਿਰ ਗੁਰਦੇਵ ਜੀ ਕਿਰਪਾ ਕਰਨਗੇ ਬੜੇ ਪਿਆਰ ਦੇ ਨਾਲ, ਕਹਿੰਦੇ ਅਸੀਂ ਮੰਨਦੇ ਹਾਂ ਪ੍ਰੇਮੀਆਂ, ਤੈਨੂੰ ਆਪਣਾ ਸਰੀਰ ਦਿਸਦਾ, ਤੈਨੂੰ ਆਪਣਾ ਪਰਿਵਾਰ ਦਿਸਦਾ, ਤੈਨੂੰ ਆਪਣਾ ਘਰ ਦਿਸਦਾ, ਤੈਨੂੰ ਆਪਣਾ ਦੇਸ਼ ਸਮਾਜ ਦਿਸਦਾ, ਤੈਨੂੰ ਆਪਣਾ ਧਨ ਦੌਲਤ ਤੇ ਪੜ੍ਹਾਈ ਤੇ ਇਹ ਅਹੁਦੇ ਤੇ ਪਦਵੀ ਪਹਿਚਾਨ ਤੈਨੂੰ ਆਪਣੀ ਦਿਸਦੀ ਹੈ। ਪਰ ਪ੍ਰੇਮੀਆਂ ਇਹ ਦੱਸ ਵੀ ਜੋ ਜਰਰੇ ਜਰਰੇ 'ਚ ਮੌਜੂਦ ਹੈ ਉਹ ਵੀ ਕਦੇ ਦਿਖਿਆ? ਜਿਹਦੇ ਆਸਰੇ ਧਰਤੀ ਹੈ, ਜਿਹਦੇ ਆਸਰੇ ਅਸਮਾਨ ਹੈ, ਜਿਹਦੇ ਆਸਰੇ ਤੂੰ ਮਾਂ ਦੀ ਪੇਟ ਦੇ ਵਿੱਚ 9 ਮਹੀਨੇ ਪਲਿਆ, ਜੋ ਸਾਰੇ ਜੀਵਾਂ ਦਾ ਆਸਰਾ ਤੇ ਹਰ ਇੱਕ ਜਗ੍ਹਾ ਮੌਜੂਦ ਹੈ। ਜਹ ਜਹ ਪੇਖੋ ਤੈ ਹਜੂਰ, ਦੂਰ ਕਤਹੁ ਨਾ ਜਾਈ। ਜੋ ਦਿਸੈ ਸੋ ਤੇਰਾ ਰੂਪ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਕਿਹੜੇ ਜਨਾਂ ਦੀ ਦਰਸ਼ਨਾਂ ਦਦਾਰਿਆਂ ਦੀ ਬੇਨਤੀ ਹੈ, ਮੈਂ ਇਸ ਕਰਕੇ ਬੇਨਤੀ ਕਰ ਰਿਹਾ ਵੀ ਕੋਈ ਜਨ, ਉਹ ਕਿਹੜਾ ਜਨ ਹੈ?
ਵੀ ਹਰ ਇੱਕ ਜੀਵ ਸੰਸਾਰ ਤੇ ਸੰਸਾਰਕ ਪਦਾਰਥਾਂ ਨੂੰ ਹੀ ਆਪਣਾ ਆਸਰਾ ਮੰਨਦਾ। ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਪਰ ਮੁਨਕਰ ਤਾਂ ਨਹੀਂ ਹੋ ਸਕਦੇ ਨਾ ਵੀ ਐਸਾ ਹੈ ਹੀ ਕੋਈ ਨਹੀਂ। ਜੇ ਇਹ ਗੱਲ ਮੰਨ ਲਈਏ ਵੀ ਕੋਈ ਹੈ ਹੀ ਨਹੀਂ ਇਸ ਧਰਤੀ ਤੇ, ਫਿਰ ਤਾਂ ਗੁਰਬਾਣੀ ਨੂੰ ਸਿੱਧਾ ਚੈਲੰਜ ਹੈ। ਫਿਰ ਤਾਂ ਗੁਰਬਾਣੀ ਤੋਂ ਮੁਨਕਰ ਹੋ ਰਹੇ ਹਾਂ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਨ ਬਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ। ਕੋਈ ਜਨ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਹਰਸਿਉ ਦੇਵੈ ਜੋਰ। ਜੋ ਜਨਮਾਂ ਜਨਮਾਤਰਾਂ ਤੋਂ ਜਿਸ ਮੂਲ ਦੇ ਨਾਲੋਂ ਟੁੱਟਿਆ ਹੋਇਆ, ਐਸੀ ਸੰਗਤ ਕਰ ਲੈ, ਉਹਨਾਂ ਦੀ ਸੰਗਤ ਕਰ ਲੈ ਜਿਹੜੇ ਜੁੜੇ ਹੋਏ ਹਨ। ਤੇ ਜੁੜਿਆ ਹੋਇਆਂ ਦੀ ਨਿਸ਼ਾਨੀ ਬਾਹਰੋਂ ਦੇਖ ਕੇ ਨਹੀਂ ਪਤਾ ਲੱਗਦਾ ਵੀ ਅਸੀਂ ਪਹਿਰਾਵਾ ਦੇਖ ਕੇ ਕਹਿ ਦਈਏ, ਉਸ ਦਾ ਖਾਣ ਪੀਣ ਪਹਿਰਾਣ ਦੇਖ ਕੇ ਕਹਿ ਦਈਏ, ਉਹ ਤੁਰਿਆ ਕਿਉਂ ਫਿਰਦਾ ਇਹ ਗੱਲ ਕਹਿ ਦਈਏ, ਉਹ ਪੈਸੇ ਜਾਂ ਖਾਂਦਾ ਪੀਂਦਾ ਸੌਂਦਾ ਜਾਗਦਾ ਕਾਹਤੇ ਆ ਇਹ ਕਹਿ ਦਈਏ ਵੀ ਇਹ ਜੁੜਿਆ ਨਹੀਂ ਹੈ। ਇਹ ਤਾਂ ਸਰੀਰ ਦਾ ਸੁਭਾਅ ਹੈ। ਕਿ ਜਿਹੜੇ ਜੁੜ ਗਏ ਉਹ ਸਵਾਸ ਲੈਣੋਂ ਹਟ ਗਏ। ਕਬੀਰ ਜੀ ਨੇ ਕੰਮ ਛੱਡਤਾ, ਜਾਂ ਰਵਿਦਾਸ ਜੀ ਨੇ ਜੁੱਤੀਆਂ ਗੰਢਣੀਆਂ ਛੱਡਤੀਆਂ, ਜਾਂ ਸੈਨਨਾਈ ਨੇ ਆਪਣਾ ਕੰਮ ਛੱਡਤਾ। ਇਹ ਤਾਂ ਸਰੀਰਕ ਦਾ ਸੁਭਾਅ ਹੈ, ਇਹ ਤਾਂ ਸਰੀਰਕ ਦੀ ਜ਼ਰੂਰਤ ਹੈ। ਸਰੀਰ ਅਲੱਗ ਹੈ, ਪਰਮਾਤਮਾ ਪਰਮੇਸ਼ਰ ਅਲੱਗ ਹੈ। ਅੰਦਰੋਂ ਜੁੜਨਾ ਤੇ ਉਹ ਇੱਕ ਅਲੱਗ ਇੱਕ ਅਵਸਥਾ ਹੈ, ਸਰੀਰ ਦੀ ਅਲੱਗ ਅਵਸਥਾ ਹੈ। ਸਾਡੇ ਕੋਲ ਪੈਮਾਨਾ ਕੀ ਹੈ ਵੀ ਜਿਸ ਤਰ੍ਹਾਂ ਅਸੀਂ ਖਾਂਦੇ ਪੀਂਦੇ ਆਉਂਦੇ ਜਾਂਦੇ ਤੇ ਸੌਂਦੇ ਜਾਗਦੇ, ਤੇ ਇਹ ਵੀ ਸਾਡੇ ਵਾਂਗੂ ਤੁਰਿਆ ਫਿਰਦਾ, ਇਹ ਕਿਵੇਂ ਜੁੜਿਆ ਹੋਇਆ ਹੋਇਆ। ਅਸੀਂ ਆਪਣੀ ਜਗ੍ਹਾ ਠੀਕ ਹੈ। ਇਹੀ ਸਾਰੀ ਜ਼ਿੰਦਗੀ ਝਗੜਾ ਕਬੀਰ ਜੀ ਦਾ ਰਿਹਾ, ਬਨਾਰਸ ਦੇ ਵਿੱਚ ਰਵਿਦਾਸ ਜੀ ਦਾ ਰਿਹਾ। ਇਹੀ ਝਗੜਾ ਗੁਰੂ ਨਾਨਕ ਮਹਾਰਾਜ ਦੇ ਸਮੇਂ ਤੇ ਰਿਹਾ ਵੀ ਅਸੀਂ ਕਿੱਦਾਂ ਮੰਨੀਏ ਵੀ ਇਹ ਅਵਤਾਰ ਹੈ, ਅਸੀਂ ਕਿਉਂ ਮੰਨੀਏ ਕਿ ਪਰਮੇਸ਼ਰ ਦਾ ਸਰੂਪ ਹੈ। ਪਰਿਵਾਰ ਨੇ ਹੀ ਨਹੀਂ ਮੰਨਿਆ ਵੀ ਇਹ ਰੱਬ ਦਾ ਰੂਪ ਹੈ। ਸਾਡੀ ਤਾਂ ਗੱਲ ਬਹੁਤ ਦੂਰ ਦੀ ਹੈ, ਕਿਉਂਕਿ ਸਾਡੇ ਕੋਲ ਪੈਮਾਨਾ ਹੀ ਉਹ ਹੈ, ਹੋਰ ਪੈਮਾਨਾ ਹੈ ਹੀ ਨਹੀਂ। ਜਿੰਨੀ ਕੁ ਸਾਡੀ ਬੁੱਧੀ ਕੰਮ ਕਰਦੀ ਹੈ, ਉਸ ਬੁੱਧੀ ਦੇ ਅਨੁਸਾਰ ਤੇ ਤੁਸੀਂ ਕਿਸੇ ਨੂੰ ਦੇਖ ਕੇ ਤੇ ਦੱਸ ਦਿੰਦੇ ਹੋ। ਇਹ ਆਪਣੇ ਆਪ ਨੂੰ ਨਹੀਂ ਦੇਖਦੇ ਵੀ ਅਸੀਂ ਕਿੱਥੇ ਹਾਂ। ਅੰਦਰ ਝਾਤੀ ਮਾਰੀਏ ਫਿਰ ਆਪਣੇ ਆਪ ਦਾ ਪਤਾ ਲੱਗੇਗਾ ਵੀ ਹੁਕਮਰਾਨ ਤਾਂ ਨਹੀਂ ਬਣ ਕੇ ਤੁਰੇ ਫਿਰਦੇ। ਸਤਿਗੁਰਾਂ ਦੀ ਬਾਣੀ ਸਾਨੂੰ ਕੀ ਆਖਦੀ ਹੈ? ਜੋ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਕੋਈ ਜਨ ਹਰਸਿਉ ਦੇਵੈ ਜੋਰ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ। ਸੋ ਭਾਈ ਸੋ ਮੇਰਾ ਵੀਰ। ਅਸੀਂ ਉਸ ਨੂੰ ਵੀ ਇਹ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਉਹਨੇ ਤਾਂ ਇੰਨੀ ਗੱਲ ਆਖੀ ਵੀ ਜਿਸ ਦੀ ਰਸਨਾ ਤੋਂ ਪਰਮਾਤਮਾ ਦੀ ਸਿਫਤ ਸਲਾਹ ਹੈ, ਜਿਹਦੇ ਕੰਨਾਂ 'ਚ ਪਰਮਾਤਮਾ ਪਰਮੇਸ਼ਰ ਦੀ ਵਡਿਆਈ ਹੈ, ਜਿਹੜਾ ਚੱਲ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚਦਾ, ਜੋ ਸਤਸੰਗੀ ਬਣ ਕੇ ਬੜੇ ਪ੍ਰੇਮ ਦੇ ਨਾਲ ਪਰਮਾਤਮਾ ਦੀ ਵਡਿਆਈ ਸੁਣਦਾ, ਇਹ ਉਸ ਦੇ ਵਾਸਤੇ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਮੇਰਾ ਆਹ ਰਿਸ਼ਤਾ ਆ ਉਹਦੇ ਨਾਲ। ਕੋਈ ਜਨ ਹਰਸਿਉ ਦੇਵੈ ਜੋਰ। ਮਨੁੱਖ ਜਿੱਥੇ ਆਪ ਫਸਿਆ ਆ ਜਲਣ ਦੇ ਵਿੱਚ, ਚਿੱਕੜ ਦੇ ਵਿੱਚ, ਉਹ ਸਾਰਿਆਂ ਨੂੰ ਸਮਝਦਾ ਵੀ ਸਾਰੇ ਫਸੇ ਹੋਏ ਆ, ਕਿਉਂਕਿ ਖੁਸ਼ੀ ਤਾਂ ਹੋਵੇਗਾ ਉਹ, ਨਹੀਂ ਤਾਂ ਤਕਲੀਫ ਹੋਵੇਗੀ। ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੇ ਸਭ ਰੋਗੀ। ਕੋਈ ਜਨ ਹਰਸਿਉ ਦੇਵੈ ਜੋਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ
ਅਰਦਾਸ ਬੇਨਤੀ ਕਰ ਪਰਮਾਤਮਾ ਪਰਮੇਸ਼ਰ ਸਤਿਗੁਰੂ ਦੇ ਚਰਨਾਂ 'ਚ ਕੋਈ ਐਸੇ ਗੁਰਮੁਖ ਸੰਤ ਭਗਤ ਬ੍ਰਹਮ ਗਿਆਨੀ ਦੀ ਸੰਗਤ ਮਿਲ ਜੇ ਜਿਹੜਾ ਆਪ ਜੁੜਿਆ ਹੋਇਆ ਤੇ ਮੈਨੂੰ ਜੋੜ ਦਵੇ। ਮਹਾਰਾਜ ਕਿਰਪਾ ਕਰਦੇ ਵੀ ਜਦੋਂ ਕੋਈ ਐਸਾ ਮਿਲ ਜਾਏ ਨਾ, ਫਿਰ ਤਕਰਾਰ ਵਾਲੀ ਬੁੱਧੀ ਖਤਮ ਕਰਦੀ। ਝਗੜੇ ਵਾਲੀ ਬੁੱਧੀ ਦਾ ਕੰਮ ਨਹੀਂ ਇੱਥੇ ਤਰਕ ਵਾਲੀ ਬੁੱਧੀ ਦਾ ਕੰਮ ਨਹੀਂ। ਫਿਰ ਮਹਾਰਾਜ ਕਹਿੰਦੇ ਚਰਨ ਗਹੋ ਬਕਹੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਪ੍ਰੇਮੀਓ, ਜਦੋਂ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਕਿਰਪਾ ਰਹਿਮਤ ਹੋ ਜਵੇ ਤੇ ਉਹਦੇ ਚਰਨ ਪਰਸਿਓ। ਰਸਨਾ ਤੋਂ ਉਹਦੀ ਸੇਵਤ ਕਰਨੀ ਵੀ ਪਰਮਾਤਮਾ ਦੀ ਸੇਵਤ ਹੈ, ਕਿਉਂਕਿ ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ। ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ। ਕਹਿੰਦੇ ਜੋ ਰੈਤਾਂ 'ਚ ਪਰਪਾਕਾ ਕਰੈਤਾ ਤੋਂ ਬਚੇ, ਬਾਣੀ ਬਾਣੇ ਦੇ ਧਾਰਨੀ ਹੈ। ਸਤਿਗੁਰਾਂ ਦੇ ਦਰਸ਼ਨ ਦਿਦਾਰੇ ਸਿਮਰਨ ਅਭਿਆਸ ਕਰਦੇ ਹੈ, ਉਹਨਾਂ ਦੇ ਅੰਦਰ ਪ੍ਰਤੱਖ ਸਤਿਗੁਰੂ ਵਰਤ ਰਿਹਾ, ਅਕਾਲ ਪੁਰਖ ਪਰਮਾਤਮਾ ਵਰਤ ਰਿਹਾ ਉਹਨਾਂ ਦੇ ਅੰਦਰ। ਕਹਿੰਦੇ ਉਹਨਾਂ ਦਾ ਜੋ ਸਤਿਕਾਰ ਕਰਨਗੇ ਉਹਨਾਂ ਤੇ ਮੇਰੀ ਖੁਸ਼ੀ ਹੋਵੇਗੀ। ਸਾਡਾ ਸੁਭਾਅ ਵੀ ਔਲਾਦ ਸਾਨੂੰ ਚੰਗੀ ਨਹੀਂ ਲੱਗਦੀ, ਮਾਤਾ ਪਿਤਾ ਦਾ ਬਹੁਤ ਸਤਿਕਾਰ ਕਰਦੇ ਆ, ਉਹਨਾਂ ਦੇ ਬੱਚੇ ਨਹੀਂ ਚੰਗੇ ਲੱਗਦੇ, ਮਾਤਾ ਪਿਤਾ ਦਾ ਪੂਰਾ ਸਤਿਕਾਰ ਹੈ। ਗੁਰਮੁਖ ਪਿਆਰਿਓ, ਨਾਮ ਜਪਣ ਵਾਲੀਆਂ ਰੂਹਾਂ, ਭਜਨ ਬੰਦਗੀ ਕਰਨ ਵਾਲੀਆਂ ਰੂਹਾਂ, ਅੱਠੇ ਪੈਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਮ ਚਿੰਤਨ ਕਰਨ ਵਾਲੀਆਂ ਰੂਹਾਂ, ਇਹ ਅਸਲ ਪਰਮਾਤਮਾ ਦੇ ਪੁੱਤਰ ਧੀਆਂ ਆ। ਇਹ ਅਸਲ ਪਰਮਾਤਮਾ ਦਾ ਪਰਿਵਾਰ ਹੈ। ਪਰਮਾਤਮਾ ਨੇ ਸਪਸ਼ਟ ਆਖਿਆ ਵੀ ਜੋ ਮੇਰੇ ਪਿਆਰਿਆਂ ਦਾ, ਗੁਰਮੁਖਾਂ ਦਾ, ਨਾਮ ਜਪਣ ਵਾਲਿਆਂ ਸੰਤਾਂ ਭਗਤਾਂ ਬ੍ਰਹਮ ਗਿਆਨੀਆਂ ਦਾ ਸਤਿਕਾਰ ਕਰਨਗੇ, ਉਹਨਾਂ ਤੇ ਮੇਰੀ ਖੁਸ਼ੀ ਹੋ ਸਕਦੀ ਹੈ, ਵਰਨਾ ਨਹੀਂ। ਕਿਉਂਕਿ ਜਿਸ ਹਿਰਦੇ ਦੇ ਵਿੱਚ ਈਰਖਾ ਹੈ, ਦੂਈ ਦਵੈਸ਼ ਹੈ, ਹਉਮੈ ਹੰਕਾਰ ਹੈ, ਗੁਰੂ ਦੀ ਕਿਵੇਂ ਕਿਰਪਾ ਹੋ ਸਕਦੀ ਹੈ ਉਹਨਾਂ ਦੇ ਹਿਰਦਿਆਂ 'ਤੇ? ਉਹਨਾਂ ਦੀ ਸੇਵਾ ਕਿਵੇਂ ਪ੍ਰਵਾਨ ਹੋ ਸਕਦੀ ਸਤਿਗੁਰਾਂ ਦੇ ਚਰਨਾਂ 'ਚ, ਜਿਨ੍ਹਾਂ ਦੇ ਹਿਰਦਿਆਂ 'ਚ ਈਰਖਾ ਹੈ? ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਿਆ ਇਕ ਠਾਏ। ਚਰਨ ਗਹੋ ਬਕੋ ਸੁਭ ਰਸਨਾ, ਰਸਨਾ ਤੋਂ ਸਤਿਕਾਰ ਭਰੇ ਸ਼ਬਦਾਂ ਦੀ ਵਰਤੋਂ ਕਰੋ ਉਹਨਾਂ ਦੇ ਪ੍ਰਤੀ। ਕਹਿੰਦੇ ਦੀਜੈ ਪ੍ਰਾਣ ਅਕੋਰ, ਕਹਿੰਦੇ ਤਨ ਮਨ ਧਨ ਪੂਰਾ ਸਮਰਪਣੇ ਹੋ ਜਾਓ। ਇਹ ਤੈ ਸਾਹਿਬ ਕੀ ਬਾਤ ਜੇ ਆਕੈ, ਕਹੋ ਨਾਨਕ ਕਿਆ ਦੀਜੈ। ਮੈਂ ਕੀ ਭੇਟਾ ਕਰ ਦਵਾਂ ਜੋ ਮੇਰੇ ਪਿਆਰੇ ਪ੍ਰੀਤਮ ਪਰਮੇਸ਼ਰ ਦੀ ਬਾਤ ਸੁਣਾਵੈ ਰਹਾਉ। ਹੁਣ ਪ੍ਰਮਾਣ ਦਿੰਦੇ ਵੀ ਕਿਸ ਤਰ੍ਹਾਂ ਗੱਲ ਬਣੇ। ਕਹਿੰਦੇ ਮਨ ਤਨ ਨਿਰਮਲ ਕਰਤ ਕਿਆਰੋ। ਮਨ ਤੇ ਤਨ ਤੇ ਸਰੀਰ ਦੇ ਨਾ, ਜਿਸ ਤਰ੍ਹਾਂ ਇੱਕ ਖੇਤੀ ਕਰਨ ਵਾਲਾ ਕਿਆਰਾ ਬਣਾਉਂਦਾ ਖੇਤ ਦੇ ਵਿੱਚ, ਤੇ ਵਿਸ਼ੇ ਵਿਕਾਰ ਨਿੰਦਾ ਚੁਗਲੀ ਤੋਂ ਬਚਣ ਵਾਸਤੇ ਸਤ ਸੰਤੋਖ ਦਇਆ ਧਰਮ ਸਤ ਸੰਗਤ ਰੂਪੀ ਵੱਟ ਪਾ ਕੇ ਤੇ ਆਪਣੇ ਆਪ ਨੂੰ ਸੇਵ ਕਰ ਲਓ। ਹਰ ਸਿੰਚੈ ਸੁਦਾ ਸੰਜੋਰ, ਕਹਿੰਦੇ ਫਿਰ ਸਤ ਸੰਗਤ ਰੂਪੀ ਖੂਹੀ ਨਿਮਰਤਾ ਤੇ ਦਇਆ ਰੂਪੀ ਟਿੰਡਾਂ ਦੇ ਨਾਲ, ਸ਼ਬਦ ਦਾ ਪਾਠ ਕੀਰਤਨ ਵਿਚਾਰ ਰੂਪੀ ਜਲ ਦੇ ਨਾਲ ਇਸ ਖੇਤੀ ਨੂੰ ਸਿੰਜੋ। ਫਿਰ ਨਾਮ ਦਾ ਜੋ ਸਿਫਤ ਸਲਾਹ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਦਾ ਫਲ ਤੇ ਪਰਮਾਤਮਾ ਦੀ ਪ੍ਰਾਪਤੀ ਵਾਲੀ ਖੇਤੀ ਹੋਵੇਗੀ। ਫਿਰ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇਗੀ। ਇਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ। ਫਿਰ ਨਾਮ ਰਸ ਦੇ ਵਿੱਚ ਗਲਤਾਨ ਹੋ ਜਾਵੇਗਾ। ਰਾਰਾ ਰਸ ਨਰਸ ਕਰ ਜਾਣਿਆ, ਹੋਏ ਨਰਸ ਸੋ ਰਸ ਪਹਿਚਾਨਿਆ। ਵਿਖੈ ਵਨ ਫੀਕਾ ਤਿਆਗੇਰੀ ਸਖੀਏ, ਨਾਮ ਮਹਾਰਸ ਪੀਓ। ਜਿਹੜੀ ਮਹਾ ਜ਼ਹਿਰ ਹੈ ਨਾ ਵਿਸ਼ੇ ਵਿਕਾਰ, ਇਹ ਤੋਂ ਛੁਟਕਾਰਾ ਮਿਲ ਜਾਵੇਗਾ।
ਆਇਓ ਸਰਨ ਦੀਨ ਦੁਖ ਭੰਜਨ। ਇਸ ਸਰਨ ਦੇ ਵਿੱਚ ਆਇਆ, ਕਿਹਨਾਂ ਦੇ ਚਰਨਾਂ 'ਚ ਆਇਆ? ਸੱਚੇ ਗੁਰਦੇਵ ਜੀ ਦੇ ਚਰਨਾਂ 'ਚ, ਜਿਨ੍ਹਾਂ ਦੇ ਚਰਨਾਂ 'ਚ ਬੇਨਤੀ ਕੀਤੀ, ਕੋਈ ਜਨ ਹਰਸਿਓ ਦੇਵੈ ਜੋਰ। ਕਹਿੰਦੇ ਆਇਓ ਸਰਨ ਦੀਨ ਦੁਖ ਭੰਜਨ। ਇਹ ਦੁਖੀ, ਮਜਲੂਮ, ਗਰੀਬ, ਜਨਮਾਂ ਜਨਮਾਂਤਰਾਂ ਤੋਂ ਭਟਕ ਰਿਹਾ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਕੇਵਲ ਤੇ ਕੇਵਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਤੇ ਹਜ਼ੂਰੀ, ਇਹ ਸਤ ਸੰਗਤ ਹੈ। ਚਿਤਵੋ ਤੁਮਰੀ ਔਰ, ਬਸ ਹੋਰ ਕੋਈ ਸੇਵਾ ਸਿਮਰਨ, ਕੋਈ ਯਾਦ ਨਹੀਂ। ਕੇਵਲ ਤੇ ਕੇਵਲ ਚਿੱਤ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਹੀ ਯਾਦ ਬਣ ਜਾਵੇਗੀ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਆਤਮਕ ਅਡੋਲ ਅਵਸਥਾ। ਇਹ ਪਦਵੀ ਰਜਗੁਣ ਤਮਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿਨ ਹੀ ਪਰਮ ਪਦ ਪਾਇਆ। ਕਿਹਨਾਂ ਨੂੰ ਪ੍ਰਾਪਤੀ ਹੋਵੇਗੀ? ਜੋ ਸਿਮਰਨ ਕਰਦੇ ਅਕਾਲ ਪੁਰਖ ਪਰਮਾਤਮਾ ਦਾ। ਪ੍ਰਭ ਨਾਨਕ ਬੰਧਨ ਛੋਰ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ, ਉਹਨਾਂ ਦੇ 84 ਲੱਖ ਜੂਨਾਂ ਦੇ ਵਿਸ਼ੇ ਵਿਕਾਰਾਂ ਦੇ ਜਿੰਨੇ ਵੀ ਬੰਧਨ ਹੈ ਉਹ ਸਾਰੇ ਕੱਟ ਹੋ ਜਾਣਗੇ, ਕਿਉਂਕਿ ਉਹ ਮਨ ਮੇਰੋ ਗੱਜ, ਜਿਹਵਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ। ਹੋਈਆਂ ਗਲਤੀਆਂ ਦੀ ਖਿਮਾ, ਆਇਓ ਸਰਨ ਦੀਨ ਦੁਖ ਭੰਜਨ। ਚਿਤਵੋ ਤੁਮਰੀ ਔਰ, ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।